ओम शांति। अज 24/6/2022 ਦੀ जगदंबा माँ सरस्वती ਦੇ पुण्य तिथि दिवस उत्ते सुनाए गए महावाक्य सन। अज 24 जून जगदंबा माँ सरस्वती जी का मातेश्वरी जी का समृति दिवस हैगा। अज उन्हां दे महावाक सन। उन्हां दी मुरली अज रिवाइज मुरली हैगी 15/12/1963 दी। मम्मा ने अज दे महावाक्यां विच आख्या, अज दा सार हैगा, करम ही सुख अते दुख दा कारण सन। ਇਹ ਤਾਂ ਸਾਰੇ ਮਨੁੱਖ ਜਾਣਦੇ ਸਨ ਕਿ ਜੀਵਨ ਵਿੱਚ ਦੁੱਖ ਅਤੇ ਸੁੱਖ ਕਰਮ ਦੇ ਆਧਾਰ ਤੋਂ ਪ੍ਰਾਲਬਧ ਰੂਪ ਵਿੱਚ ਚੱਲਦੇ ਸਨ। ਜ਼ਰੂਰ ਪਹਿਲਾਂ ਇਹੋ ਜਿਹੇ ਕਰਮ ਕੀਤੇ ਸਨ ਜਿਨ੍ਹਾਂ ਦੀ ਪ੍ਰਾਲਬਧ ਦੁੱਖ ਅਤੇ ਸੁੱਖ ਵਿੱਚ ਭੋਗਣੀ ਪੈਂਦੀ ਏ, ਤਾਂ ਸੁੱਖ ਅਤੇ ਦੁੱਖ ਦਾ ਸੰਬੰਧ ਹੋ ਗਿਆ ਏ ਕਰਮ ਨਾਲ। ਕਰਮ ਨੂੰ ਕਿਸਮਤ ਨਹੀਂ ਆਖਾਂਗੇ। ਕਈ ਸਮਝਦੇ ਸਨ ਕਿ ਜੋ ਕਿਸਮਤ ਵਿੱਚ ਹੋਵੇਗਾ, ਇਸ ਲਈ ਦੁੱਖ ਅਤੇ ਸੁੱਖ ਨੂੰ ਵੀ ਕਿਸਮਤ ਸਮਝ ਲੈਂਦੇ ਸਨ। ਇੱਥੇ ਤਾਂ ਤੁਸੀਂ ਜਾਣਦੇ ਹੋ ਕਿ ਇਹ ਹੋ ਗਈ ਕਿਸਮਤ। ਜਿਵੇਂ ਕਿਸਮਤ ਇਹੋ ਜਿਹੀ ਕਿਸਮਤ ਨਹੀਂ ਹੁੰਦੀ ਜਿਹੜੀ ਭਗਵਾਨ ਨੇ ਬਣਾਈ ਹੋਵੇ ਜਾਂ ਕਿਸੇ ਹੋਰ ਨੇ ਬਣਾਈ ਹੋਵੇ। ਇਸ ਲਈ ਆਖ ਦਿੰਦੇ ਸਨ ਜੋ ਕਿਸਮਤ ਵਿੱਚ ਹੋਵੇਗਾ ਉਹ ਮਿਲ ਜਾਵੇਗਾ। ਲੇਕਿਨ ਸਮਝਣਾ ਬਹੁਤ ਜ਼ਰੂਰੀ ਹੈਗਾ ਕਿ ਕਿਸਮਤ ਕਿਸ ਨੂੰ ਆਖਦੇ ਸਨ ਅਤੇ ਕਿਸਮਤ ਕਿਸ ਨੇ ਬਣਾਈ ਸਨ। ਕਿਸਮਤ ਕੋਈ ਪਰਮਾਤਮਾ ਨੇ ਨਹੀਂ ਬਣਾਈ। ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਜੇ ਪਰਮਾਤਮਾ ਖੁਦ ਆ ਕੇ ਕਿਸਮਤ ਬਣਾਉਣ। ਕਿਸਮਤ ਪਹਿਲਾਂ ਤੋਂ ਹੀ ਬਣੀ ਪਈ ਏ, ਇਹੋ ਜਿਹੀ ਗੱਲ ਵੀ ਨਹੀਂ ਹੈਗੀ। ਇਹ ਦੁੱਖ ਅਤੇ ਸੁੱਖ ਜੋ ਕੁਝ ਵੀ ਮਨੁੱਖ ਭੋਗਦੇ ਸਨ, ਉਸ ਸੁੱਖ ਦੁੱਖ ਨੂੰ ਬਣਾਉਣ ਵਾਲਾ ਖੁਦ ਮਨੁੱਖ ਹੀ ਏ, ਕਿਉਂਕਿ ਕਰਮ ਕਰਨ ਵਾਲਾ ਮਨੁੱਖ ਏ। ਇਸ ਲਈ ਸਾਰੀ ਜ਼ਿੰਮੇਵਾਰੀ ਮਨੁੱਖ ਦੀ ਆਪਣੇ ਉੱਤੇ ਹੀ ਆ ਜਾਂਦੀ ਏ। ਆਖਦੇ ਵੀ ਸਨ, ਜਿਹੋ ਜੀ ਕਰਨੀ ਉਹੋ ਜੀ ਭਰਨੀ। ਇਹ ਤਾਂ ਕਾਮਨ ਕਹਾਵਤ ਹੈ ਨਾ, ਜੋ ਕੁਝ ਕਰੋਗੇ ਸੋ ਪਾਓਗੇ। ਗੀਤਾ ਵਿੱਚ ਵੀ ਆਖਦੇ ਸਨ, ਜੀਵ ਆਤਮਾ ਆਪਣਾ ਹੀ ਮਿੱਤਰ ਅਤੇ ਆਪਣਾ ਹੀ ਸ਼ਤਰੂ ਹੈ। ਐਵੇਂ ਨਹੀਂ ਆਖਦੇ ਕਿ ਮੈਂ ਤੁਹਾਡਾ ਸ਼ਤਰੂ ਵੀ ਹਾਂ, ਮੈਂ ਤੁਹਾਡਾ ਮਿੱਤਰ ਵੀ ਹਾਂ। ਨਹੀਂ, ਜੀਵ ਆਤਮਾ ਆਪਣਾ ਸ਼ਤਰੂ ਅਤੇ ਮਿੱਤਰ ਸਨ। ਇਸ ਲਈ ਆਪਣੇ ਨਾਲ ਮਿੱਤਰਤਾ ਔਰ ਆਪਣੇ ਨਾਲ ਸ਼ਤਰੁਤਾ, ਦੁੱਖ ਅਤੇ ਸੁੱਖ ਕਰਨ ਵਾਲਾ ਖੁਦ ਮਨੁੱਖ ਹੀ ਹੁੰਦਾ ਏ। ਇਹ ਗੱਲ ਕਿੰਨੀ ਸਪਸ਼ਟ ਹੈਗੀ ਕਿ ਦੁੱਖ ਸੁੱਖ ਦਾ ਜ਼ਿੰਮੇਵਾਰ ਮਨੁੱਖ ਖੁਦ ਹੈਗਾ। ਇਸ ਲਈ ਜਦੋਂ ਕਿਸੇ ਵੀ ਰੂਪ ਵਿੱਚ ਦੁੱਖ ਆਂਦਾ ਏ ਤਾਂ ਉਸ ਨੂੰ ਭੋਗਣਾ ਦੀ ਕੋਸ਼ਿਸ਼, ਉਸ ਤੋਂ ਭਾਗਣੇ ਦੀ ਕੋਸ਼ਿਸ਼ ਕਰਦੇ ਸਨ। ਕੋਈ ਲੜਾਈ ਝਗੜਾ ਖੜਾ ਹੋ ਜਾਂਦਾ ਏ ਤਾਂ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਵਿੱਚ ਵੀ ਕਦੇ ਕਦੇ ਅਕਾਲੇ ਮ੍ਰਿਤਿੂ ਵੀ ਹੋ ਜਾਂਦੀਆਂ ਸਨ, ਤਾਂ ਵੀ ਦੁੱਖ ਹੁੰਦਾ ਏ। ਤਾਂ ਸਮਝਦੇ ਸਨ ਕਿ ਪਤਾ ਨਹੀਂ ਮੇਰੇ ਨਾਲ ਇਹੋ ਜਿਹਾ ਕਿਉਂ ਹੁੰਦਾ ਏ। ਫਿਰ ਉਸੀ ਜੋਸ਼ ਵਿੱਚ ਆ ਕੇ ਭਗਵਾਨ ਨੂੰ ਵੀ ਗਾਲੀਆਂ ਦੇਣ ਲੱਗ ਪੈਂਦੇ ਨੇ। ਹੁਣ ਤੁਹਾਡੇ ਅੱਗੇ ਇਹ ਜਿਹੜੀਆਂ ਗੱਲਾਂ ਆਈਆਂ ਸਨ, ਇਹ ਕਿਸ ਨੇ ਕੀਤੀਆਂ? ਇਹ ਅਕਾਲੇ ਮ੍ਰਿਤਿੂ ਜਿਹੜੀ ਆਈ, ਇਹ ਜਿਹੜੇ ਰੋਗ ਤੁਹਾਨੂੰ ਲੱਗੇ, ਇਹ ਜਿਹੜਾ ਦੁੱਖ ਤੁਹਾਡੇ ਕੋਲ ਆਇਆ, ਕਿ ਇਹ ਭਗਵਾਨ ਨੇ ਦਿੱਤਾ? ਇਹ ਜੋ ਲੜਾਈ ਝਗੜੇ ਸੰਸਾਰ ਵਿੱਚ ਹੋ ਰਹੇ ਸਨ, ਜਿੰਨੇ ਇੰਨੇ ਦੁੱਖਾਂ ਦੇ ਕਾਰਨ ਬਣ ਰਹੇ ਸਨ, ਕਿ ਇਹ ਸਾਰੇ ਭਗਵਾਨ ਆ ਕੇ ਕਰਦੇ ਸਨ। ਜੇਕਰ ਇਹ ਭਗਵਾਨ ਆ ਕੇ ਕਰਦੇ ਸਨ ਤਾਂ ਉਹਨਾਂ ਨੂੰ ਦੁੱਖ ਹਰਤਾ ਸੁੱਖ ਕਰਤਾ ਕਿਉਂ ਆਖਦੇ ਸਨ? ਇਸ ਲਈ ਜਦੋਂ ਵੀ ਕੋਈ ਦੁੱਖ ਆਂਦਾ ਏ ਤਾਂ ਉਸ ਨੂੰ ਯਾਦ ਕਰਦੇ ਆ ਤਾਂ ਜ਼ਰੂਰ ਉਹ ਸਾਡੇ ਦੁੱਖ ਹਰਨ ਵਾਲਾ ਏ ਨਾ। ਸਰੀਰ ਨੂੰ ਰੋਗ ਲੱਗਦਾ ਏ ਤਾਂ ਆਖਦੇ ਨੇ, ਹੇ ਭਗਵਾਨ ਸਾਡੇ ਰੋਗ ਨੂੰ ਦੂਰ ਕਰੋ। ਦੁੱਖ ਹੁੰਦਾ ਏ ਤਾਂ ਵੀ ਉਸੇ ਨੂੰ ਯਾਦ ਕਰਦੇ ਆ ਕਿ ਸਾਡੇ ਦੁੱਖ ਦੂਰ ਕਰੋ। ਔਰ ਕੋਈ ਲੜਾਈ ਝਗੜਾ ਵੀ ਹੋ ਜਾਂਦਾ ਹੈ ਤਾਂ ਵੀ ਭਗਵਾਨ ਨੂੰ ਆਖਦੇ ਸਨ
कि साडे कष्ट दूर करो। तो इस तो सिद्ध हुंदा है कि सानू दुख देण वाला भगवान नहीं हैगा, सानू दुख देण वाले साडे अपने कर्म सन। मनुख अपने आप नू ही आपे ही कर्मां दे आधार ते दुख दिंदे सन। जेकर उसी ने दिता होंदा तां दुख देण वाले नू कोई याद थोड़े ही करदे सन। दसो हुण कोई याद करदा है कि? भला यह भी सोचना चाहिदा है कि दुख दे समा जो याद आंदा है उस दे लई यह कह ही नहीं सकदे कि यह दुख उसने दिता। यह तां सारियां समझण दियां गल्लां ने। जदों याद करदे सन तां जरूर उन्हां दा संबंध साडे नाल कोई दूजी गल दा हैगा, ना कि दुख देण दा। इस तो सिद्ध हुंदा है दुख दा कारण अथवा उस दी जिम्मेवार कोई और हैगा, उस विच कोई तीजा नहीं हैगा। एक मैं दूजा मेरा रचता, बस दोहां ही चीज़ां ने। एक मैं उस दी रचना जां उस दी संतान आखो तां दूजा हैगा बाप। तां बाप रिस्पोंसिबल जां मैं रिस्पोंसिबल। लेकिन जदों मेरे कोल दुख आंदा है ते मैनू दिखाई नहीं पैंदा। जिवें उस रचता ने मैनू दुख दिता, अंदर तो लगदा है वो मेरा सुख दाता है। जिवें सुख दे लई सहारा मंगदे ने, हे भगवान साडे आके दुख दूर करो, भगवान साडी आयु वड्डी करो। वेखो आयु दे लई किन्ना मंगदे सन। तां आयु नू भी आयु घट हुंदी है तां भी उस कोलों मंगदे ने, दुख हुंदा है तां भी उस कोलों मंगदे ने, शरीर नू रोग लगदा है तां भी उस नू ही आखदे ने। ते लड़ाई झगड़े विच भी अशांति दा कारण हुंदा है तां भी उस नू आखदे सन, भगवान तो मंगदे ने। कोई बच्चा इहो जिहा हुंदा है तां भी उस नू आखदे सन, भगवान इस नू सूमत देवे, तां मत भी उस तो ही मंगदे सन। किसी दी गल तो जदों किसी नू दुख कष्ट हुंदा है तां कष्ट विच भी उस नू ही याद करदे ने, तो उस दी ही मांग उस उत्ते रखदे ने। जदों उस तो ही मांगणी हुंदी है तां जरूर वो साडा दाता है, उहिओ सानू सुख देण वाला है। मन्निया इन सारियां गल्लां दा इलाज केवल उन्हां कोल ही हैगा। एवें नहीं कि सिर्फ याद नहीं करदे, उन्हां कोल इलाज भी हैगा। तां ਇਹ ਸਾਰੀਆਂ साडी ਜਿਹੜੀ भी हैबिटां ਹਨ ਜਿਹੜੀਆਂ चलदियां सन, भले जाणदे सन या नहीं जाणदे सन, लेकिन भगवान नू दुख दे समा याद जरूर करदे सन। कोई भी गल हुंदी है तो मुख तो निकलदा है ना ओ माई गॉड, भले कोई जाने या ना जानन, परंतु गोड नू जरूर याद करदे सन। मुख तो गोड भगवान रब निकलदा जरूर हैगा। यह समझण दियां गल्लां ने। आखिर विच हुण असी जिस नू याद करदे हां कि उन्हां दा साडे इन सारे दुखां तो की कनैक्शन है, कि वो सानू दुख देण वाला दाता है या उन्हां दा कनैक्शन सुख देण नाल है। तां इत्थे साडी याद विच सानू याद विच यह सिद्ध हुंदा जांदा है कि उन्हां नू कोई दुख देण दा काम नहीं हैगा। जेकर दिंदे ते उन्हां नू याद नहीं करदे। दुख देण वालियां नू कदे याद नहीं किता जांदा, उन्हां उत्ते ते गुस्सा आंदा है। सोचदे ने इन्हां ने ते पता नहीं की कर दईए, परंतु भगवान दे प्रति सदा खुशी दी सुख दी भावना आंदी है। उन्हां दे लई गुस्सा नहीं आंदा। दुख दे समा भी उन्हां दे लई प्रेम ही आंदा है, अंदरों आंदा है, जिवें वो साडा सब तो वड्डा मित्र है। जेकर वो खुशी आंदी तां ही तां उसनू आखदे आ ना, तां ही तां असी जाणदे हां कि वो सानू सुख देंदा है। जरूर उस दे नाल साडा सुख दा संबंध है। दुख दा कारण जरूर फिर कोई और हैगा। हुण तीजा ते कोई इत्थे है नहीं। एक मैं, एक दूजा रचता बाप हैगा। तां जरूर दुखां दा रिस्पोंसिबल, दुखां दा जिम्मेवार मैं आपे ही ते होया ना। तां जिस चीज़ दे लई मैं निमित्त बनिया हाँ और ही मैं ही दुख विच दुखी होना हाँ। पैदा भी मैं अपने आप ही किते ने है दुख।
ਤਾਂ ਦੇਖੋ ਕਿੰਨੀ ਬੇਸਮਝੀ ਏ। ਜਿਸ ਚੀਜ਼ ਤੋਂ ਅਸੀਂ ਛੁਟਕਾਰਾ ਚਾਹੁੰਦੇ ਹਾਂ ਉਹ ਚੀਜ਼ ਮੈਂ ਆਪੇ ਖੁਦ ਹੀ ਬਣਾਈ ਏ। ਆਸ਼ਚर्य ਦੀ ਗੱਲ ਹੈਗੀ ਏ ਨਾ। ਮਨੁੱਖ ਚਾਹੁੰਦੇ ਨਹੀਂ ਫਿਰ ਵੀ ਦੁੱਖ ਬਣਾਉਂਦੇ ਰਹਿੰਦੇ ਨੇ। ਜ਼ਰੂਰ ਉਹ ਕੋਈ ਗੱਲ ਤੋਂ ਅਣਜਾਣ ਸਨ, ਬੇਸਮਝ ਸਨ, ਜਿਸ ਗੱਲ ਦਾ ਉਹਨਾਂ ਨੂੰ ਪਤਾ ਹੀ ਨਹੀਂ, ਜਿਸ ਦੇ ਕਾਰਨ ਉਹਨਾਂ ਦੇ ਦੁੱਖ ਬਣਦੇ ਜਾ ਰਹੇ ਸਨ। ਇਸ ਸਮਾਂ ਦੀ ਪਹਿਲੀ ਖੋਜ ਕਰਨੀ ਚਾਹੀਦੀ ਹੈ। ਇਸ ਸਮਝ ਦੀ ਹੀ ਪਹਿਲਾਂ ਖੋਜ ਕਰਨੀ ਹੈ। ਪਰੰਤੂ ਆਸ਼ਚर्य ਹੈਗਾ ਕਿ ਅੱਜ ਕੱਲ੍ਹ ਇਹੋ ਜਿਹੀ ਗੱਲ ਸਮਝਾਉਣ ਦੇ ਲਈ ਦੇਖੋ ਵਿਚਾਰਿਆਂ ਨੂੰ ਕਿੰਨੇ ਬਹਾਨੇ ਬਣਾਉਣ ਪੈਂਦੇ ਨੇ। ਕੋਈ ਆਖਦੇ ਨੇ ਸਾਨੂੰ ਫੁਰਸਤ ਨਹੀਂ ਹੈ, ਕਦੀ ਆਖਦੇ ਨੇ ਸਮਾਂ ਨਹੀਂ ਹੈਗੀ, ਕਦੀ ਆਖਦੇ ਨੇ ਕੀ ਕਰੀਏ ਗ੍ਰਸਤ ਵਿਵਹਾਰ ਵੀ ਤੇ ਸੰਭਾਲਣਾ ਪੈਂਦਾ ਏ, ਇਹ ਕਰਨਾ ਪੈਂਦਾ ਏ, ਉਹ ਕਰਨਾ ਪੈਂਦਾ ਏ, ਇੱਥੇ ਜਾਣਾ ਪੈਂਦਾ ਏ। ਇਸ ਲਈ ਉਹ ਦੇਖਦੇ ਸੰਭਾਲਦੇ ਹੋਇਆਂ ਵੀ ਉਹ ਦੁੱਖਾਂ ਵਿੱਚ ਹੀ ਪਏ ਸਨ। ਹੁਣ ਜਦੋਂ ਕਿ ਮੈਂ ਹੀ ਆ ਕੇ ਮੇਰਾ ਕਹਿਣ ਵਾਲੇ ਦੁੱਖਾਂ ਤੋਂ ਹਟਾਨਾ ਹਾਂ, ਦੁੱਖਾਂ ਦਾ ਰੂਪ ਬਦਲਦਾ ਹਾਂ, ਉਸ ਦੁੱਖਾਂ ਦੇ ਰੂਪ ਤੋਂ ਬਦਲ ਕੇ ਤੁਹਾਨੂੰ ਸੁੱਖ ਵਿੱਚ ਲੈ ਜਾਣਾ ਹਾਂ, ਤਾਂ ਪਹਿਲਾਂ ਖੋਜ ਹੋਣੀ ਚਾਹੀਦੀ ਏ ਕਿ ਦੁੱਖ ਆਏ ਕਿੱਥੋਂ, ਬਣਾਉਣ ਵਾਲਾ ਕੌਣ ਹੈ। ਬਣਾਉਣ ਤੋਂ ਪਹਿਲਾਂ ਉਹਦੀ ਜਾਣਕਾਰੀ ਵੀ ਤਾਂ ਚਾਹੀਦੀ ਏ ਨਾ ਕਿ ਜਿਹੜੀ ਚੀਜ਼ ਅਸੀਂ ਬਣਾਉਂਦੇ ਹਾਂ ਉਸ ਤੋਂ ਸਾਨੂੰ ਸੁੱਖ ਮਿਲੇਗਾ ਜਾਂ ਦੁੱਖ ਮਿਲੇਗਾ, ਉਸ ਦਾ ਕਾਰਨ ਕੀ ਹੈ। ਪਹਿਲਾਂ ਇਹ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਦੁਖੀ ਕਿਉਂ ਹਾਂ। ਕਿਆ ਸੁੱਖ ਸਾਡੇ ਲਈ ਹੁੰਦਾ ਹੀ ਨਹੀਂ ਹੈਗਾ? ਇਸ ਦਾ ਵੀ ਕਿਸ ਨੂੰ ਪਤਾ ਨਹੀਂ ਹੈਗਾ। ਇਹ ਸਾਰਾ ਪਤਾ ਕੱਢਣਾ ਚਾਹੀਦਾ ਹੈ। ਐਸੀ ਜਾਣਕਾਰੀ ਦੇ ਲਈ ਇੱਥੇ ਤੁਹਾਨੂੰ ਬੁਲਾਇਆ ਜਾਂਦਾ ਹੈ। ਜਿਨ ਚੀਜ਼ਾਂ ਤੋਂ ਤੁਹਾਨੂੰ ਸਮਝ ਮਿਲੇ ਇਹੋ ਦੁੱਖਾਂ ਦੇ ਕਾਰਨ ਨੇ। ਦੁੱਖ ਮਿਟਾਉਣ ਦਾ ਇਲਾਜ ਵੀ ਇੱਥੇ ਹੀ ਮਿਲਦਾ ਹੈ। ਜੀਵਨ ਵਿੱਚ ਜਾਣਨਾ ਤੇ ਬੜਾ ਜ਼ਰੂਰੀ ਹੈਗਾ ਨਾ, ਪਰੰਤੂ ਜਾਣਦਿਆਂ ਹੋਇਆਂ ਵੀ ਆਖਦੇ ਸਨ ਕੀ ਕਰੀਏ, ਕਿਵੇਂ ਕਰੀਏ, ਗ੍ਰਸਤ ਵਿਵਹਾਰ ਕਿਵੇਂ ਛੱਡੀਏ। ਤੇ ਆਸ਼ਚर्य ਲੱਗਦਾ ਏ ਕਿ ਵੇਖੋ ਮਨੁੱਖਾਂ ਦੀ ਬੁੱਧੀ ਨੂੰ ਕੀ ਹੋ ਗਿਆ ਏ। ਜੋ ਸਮਝ ਮਿਲਦੀ ਹੈ ਉਹਨੂੰ ਧਾਰਨ ਹੀ ਨਹੀਂ ਕਰਦੇ। ਅਨੁਭਵ ਨਾਲ ਗੱਲਾਂ ਬਾਪ ਸੁਣਾਉਂਦੇ ਸਨ। ਧਾਰਨ ਕਰਾਂਗੇ ਤਾਂ ਹੀ ਤਾਂ ਸੁੱਖ ਮਿਲੇਗਾ ਨਾ। ਜ਼ਰੂਰ ਅਨੁਭਵ ਕੀਤੀ ਹੋਵੇਗੀ ਤਾਂ ਹੀ ਤਾਂ ਸਾਨੂੰ ਕੋਈ ਦੱਸ ਰਿਹਾ ਏ। ਬਾਪ ਆਖਦੇ ਸਨ ਮੈਂ ਤੁਹਾਡੇ ਸਾਰੇ ਦੁੱਖ ਹਰਨ ਔਰ ਤੁਹਾਨੂੰ ਸੁੱਖ ਦੇਣ ਦੇ ਲਈ ਆਇਆ ਹਾਂ। ਤਾਂ ਹੀ ਤਾਂ ਗਾਉਂਦੇ ਸਨ ਦੁੱਖ ਹਰਤਾ ਸੁੱਖ ਕਰਤਾ। ਕਦੇ ਵੀ ਐਵੇਂ ਨਹੀਂ ਆਖਦੇ ਕਿ ਅੱਜ ਦੁੱਖ ਹਰਤਾ ਸੁੱਖ ਕਰਤਾ ਹੈਗਾ, ਕੱਲ ਨਹੀਂ ਹੈਗਾ। ਤਾਂ ਹਰ ਦੁੱਖ ਨੂੰ ਉਹ ਹਰਦੇ ਸਨ। ਬਾਪ ਆਖਦੇ ਸਨ ਬੱਚੇ ਮੈਂ ਆਇਆ ਹੀ ਹਾਂ ਤੁਹਾਡੇ ਦੁੱਖ ਹਰਨ, ਲੇਕਿਨ ਉਹਨਾਂ ਦੇ ਲਈ ਤੁਸੀਂ ਇਹੋ ਜਿਹੇ ਕਰਮ ਕਰਨਾ ਸਿੱਖੋਗੇ ਜਿਸ ਤੋਂ ਤੁਹਾਡੇ ਦੁੱਖ ਨਸ਼ਟ ਹੋ ਜਾਣਗੇ। ਉਹ ਕਰਮ ਸਿਰਫ ਮੈਂ ਹੀ ਤੁਹਾਨੂੰ ਆ ਕੇ ਸਿਖਾਉਂਦਾ ਹਾਂ, ਸਮਝਾਉਂਦਾ ਹਾਂ। ਉਸ ਸਮਝ ਲੈ ਲਈ ਹੀ ਤੁਹਾਨੂੰ ਪੁਰਸ਼ਾਰਥ ਕਰਾਂਦਾ ਹਾਂ ਜਿਸ ਤੋਂ ਤੁਹਾਡੇ ਦੁੱਖ ਨਸ਼ਟ ਹੋ ਜਾਣਗੇ। ਤੁਹਾਡੇ ਦੁੱਖਾਂ ਨੂੰ ਨਸ਼ਟ ਕਰਨ ਦੇ ਲਈ ਹੀ ਮੈਂ ਤੁਹਾਨੂੰ ਸਿੱਖਿਆ ਦਿੰਦਾ ਹਾਂ। ਭਗਵਾਨ ਬਾਪ ਜਿਹੜਾ ਸਾਰਿਆਂ ਦਾ ਪਿਤਾ ਹੈਗਾ, ਉਹ ਉਸ ਦਾ ਸਾਡੇ ਤੇ ਹੱਕ ਹੈ। ਉਸ ਨੂੰ ਵੀ ਸਮਝਣਾ ਹੈ, ਉਹ ਹੱਕ ਲੈਣਾ ਹੈ। ਖਾਲੀ ਐਵੇਂ ਥੋੜੇ ਹੀ ਉਸ ਨੂੰ ਬਾਪ ਆਖਣਾ ਹੈ, ਲੇਕਿਨ ਉਹਨਾਂ ਦੁਆਰਾ ਸਾਨੂੰ ਜਿਹੜੀ ਪ੍ਰਾਪਤੀ ਹੁੰਦੀ ਹੈ ਉਹ ਪ੍ਰਾਪਤੀ ਵੀ ਕਰਨੀ ਹੈ। ਨਿਮੰਤਰਣ ਦੇ ਕੇ ਸੰਦੇਸ਼ ਦੇ ਕੇ ਸਾਰਿਆਂ ਨੂੰ ਬੁਲਾਉਂਦੇ ਸਨ। ਫਿਰ ਕੋਟਾਂ ਵਿੱਚ ਕੋਈ ਹੀ ਜਾਗਦੇ ਸਨ। ਅੱਗੇ ਵੀ ਇਹੋ ਜਿਹੀਆਂ ਗੱਲਾਂ ਸੀ। ਭਗਵਾਨ ਖੁਦ ਆਖਦੇ ਸਨ ਕੋਟਾਂ ਵਿੱਚ ਕੋਈ ਵਿੱਚ ਕੋਈ ਹੀ ਮੈਨੂੰ ਜਾਣਦੇ ਸਨ। ਇੱਥੇ ਆ ਕੇ ਇਸ ਚੀਜ਼ ਨੂੰ ਸਮਝ ਕੇ ਧਾਰਨ ਕਰਨ ਨਾਲ ਹੀ ਦੁੱਖ ਦੂਰ ਹੋਣਗੇ। ਇੱਕ ਹੀ ਦਿਨ ਵਿੱਚ ਤਾਂ ਸਾਰੀਆਂ ਗੱਲਾਂ ਸਮਝ ਨਹੀਂ ਆਣਗੀਆਂ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਯਾਦ ਪਿਆਰ ਅਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਮਾਤੇਸ਼ਵਰੀ ਮੰਮਾ ਜਗਦੰਬਾ ਮਾਂ ਨੂੰ ਵੀ ਨਮਸਤੇ। ਅੱਜ ਦਾ ਵਰਦਾਨ ਹੈਗਾ ਆਪਣੇ ਪੂਜਯ ਸਵਰੂਪ ਦੀ ਸਮ੍ਰਿਤੀ ਨਾਲ ਸਦਾ ਰੂਹਾਨੀ ਨਸ਼ੇ ਵਿੱਚ ਰਹਿਣ ਵਾਲੇ ਜੀਵਨ ਮੁਕਤ ਭਵ। ਬ੍ਰਾਹਮਣ ਜੀਵਨ ਦਾ ਮਜ਼ਾ ਜੀਵਨ ਮੁਕਤ ਸਥਿਤੀ ਵਿੱਚ ਹੁੰਦਾ ਏ।
ਜਿਨ੍ਹਾਂ ਨੇ ਆਪਣੇ ਪੂਜ ਸਵਰੂਪ ਦੀ ਸਦਾ ਸਮ੍ਰਿਤੀ ਰੱਖੀ, ਉਹਨਾਂ ਦੀ ਅੱਖ ਸਿਵਾਏ ਬਾਪ ਦੇ ਔਰ ਕਿਧਰੇ ਵੀ ਡੁੱਬ ਨਹੀਂ ਸਕਦੀ। ਪੂਜਯ ਆਤਮਾਵਾਂ ਦੇ ਅੱਗੇ ਖੁਦ ਸਭ ਵਿਅਕਤੀ ਅਤੇ ਵਹਿਵਬ ਝੁਕਦੇ ਸਨ। ਪੂਜਯ ਕਿਸੇ ਦੇ ਪਿੱਛੇ ਆਕਰਸ਼ਿਤ ਨਹੀਂ ਹੋ ਸਕਦਾ, ਚਾਹੇ ਦੇਹ ਹੋਵੇ, ਸੰਬੰਧ ਹੋਵਣ, ਪਦਾਰਥ ਹੋਣ ਜਾਂ ਸੰਸਕਾਰ ਹੋਣ। ਉਹਨਾਂ ਦੇ ਪਿੱਛੇ ਮਨ ਬੁੱਧੀ ਦਾ ਝੁਕਾਵ ਨਹੀਂ ਹੋ ਸਕਦਾ। ਉਹ ਕਦੇ ਕਿਸੇ ਬੰਧਨ ਵਿੱਚ ਬੰਧ ਨਹੀਂ ਸਕਦੇ, ਸਦਾ ਜੀਵਨ ਮੁਕਤ ਸਥਿਤੀ ਦਾ ਅਨੁਭਵ ਕਰਦੇ ਸਨ। ਸਲੋਗਨ ਹੈਗਾ, ਸੱਚੇ ਸੇਵਾਧਾਰੀ ਉਹ ਸਨ ਜਿਹੜੇ ਨਿਮਿਤ ਔਰ ਨਿਰਮਾਣ ਸਨ। ਜਿਹੜੇ ਨਿਮਿਤ ਔਰ ਨਿਰਮਾਣ ਸਨ, ਉਹੀਓ ਸੱਚੇ ਸੇਵਾਧਾਰੀ ਸਨ। ਓਮ ਸ਼ਾਂਤੀ।